प्यारे विद्यार्थियों, ਅੱਜ ਅਸੀਂ 9ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਚੈਪਟਰ ਮੋਸ਼ਨ ਬਾਰੇ ਪੜ੍ਹਾਂਗੇ ਅਤੇ ਉਸ ਨੂੰ ਸਮਝਾਂਗੇ। ਮੋਸ਼ਨ ਗਤੀ। What is motion? ਗਤੀ ਕੀ ਹੈ? When a body changes position with respect to some reference point, ਜਦੋਂ ਇੱਕ ਵਸਤੂ ਕਿਸੇ ਸੰਦਰਭ ਬਿੰਦੂ ਦੇ ਸੰਬੰਧ ਵਿੱਚ ਆਪਣੀ ਸਥਿਤੀ ਬਦਲਦੀ ਹੈ ਤਾਂ ਉਹ ਗਤੀ ਵਿੱਚ ਆ ਜਾਂਦੀ ਹੈ। ਮੋਸ਼ਨ ਕੈਨ ਬੀ ਡਿਸਕ੍ਰਾਈਬਡ ਇਨ ਟਰਮਸ ਆਫ ਦਾ ਡਿਸਟੈਂਸ ਮੂਵਡ ਔਰ ਡਿਸਪਲੇਸਮੈਂਟ। ਗਤੀ ਦਾ ਵੇਰਵਾ ਦੂਰੀ ਜਾਂ ਵਿਸਥਾਪਨ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਵਟ ਇਜ਼ ਡਿਸਟੈਂਸ ਐਂਡ ਡਿਸਪਲੇਸਮੈਂਟ? ਦੂਰੀ ਅਤੇ ਵਿਸਥਾਪਨ ਕੀ ਹੈ? ਪਿਆਰੇ ਬੱਚਿਓ, ਪਹਿਲਾਂ ਅਸੀਂ ਦੂਰੀ ਬਾਰੇ ਪੜ੍ਹਾਂਗੇ। ਡਿਸਟੈਂਸ, ਇਟ ਇਜ਼ ਦ ਐਕਚੁਅਲ ਲੈਂਥ ਆਫ ਦਾ ਪਾਥ ਟਰੈਵਲਡ। ਇਹ ਤੈਅ ਕੀਤੇ ਪਥ ਦੀ ਅਸਲ ਲੰਬਾਈ ਹੈ। ਡਿਸਪਲੇਸਮੈਂਟ, ਵਿਸਥਾਪਨ, ਇਟ ਇਜ਼ ਦ ਡਿਸਟੈਂਸ ਆਫ ਦਾ ਸ਼ੋਰਟੈਸਟ ਪਾਥ ਟਰੈਵਲਡ ਬਾਈ ਏ ਬੋਡੀ ਫਰੋਮ ਇਟਸ ਇਨੀਸ਼ੀਅਲ ਪੋਜੀਸ਼ਨ ਟੂ ਇਟਸ ਫਾਈਨਲ ਪੋਜੀਸ਼ਨ। ਕਿਸੇ ਵਸਤੂ ਦੀ ਪਹਿਲੀ ਅਤੇ ਅੰਤਮ ਸਥਿਤੀ ਦੇ ਵਿਚਕਾਰ ਛੋਟੀ ਤੋਂ ਛੋਟੀ ਮਾਪੀ ਗਈ ਦੂਰੀ ਨੂੰ ਵਸਤੂ ਦਾ ਵਿਸਥਾਪਨ ਆਖਦੇ ਹਨ। ਤੁਸੀਂ ਡਿਸਟੈਂਸ ਅਤੇ ਡਿਸਪਲੇਸਮੈਂਟ ਵਿੱਚ ਫਰਕ ਡਾਇਗ੍ਰਾਮ ਵਿੱਚ ਦੇਖ ਸਕਦੇ ਹੋ। ਐਗਜ਼ਾਮਪਲ ਆਫ ਦਾ ਮੋਸ਼ਨ, ਗਤੀ ਦੀਆਂ ਉਦਾਹਰਨਾਵਾਂ। ਦੇਖੋ ਬੱਚਿਓ, ਤੁਹਾਨੂੰ ਚਿੱਤਰ ਦੇ ਵਿੱਚ ਦਿਖਾਈ ਦਿੰਦਾ ਹੋਏਗਾ ਬੁਲੇਟ ਟ੍ਰੇਨ, ਕਾਰ ਅਤੇ ਬਾਲ। ਪਹਿਲੇ ਬੁਲੇਟ ਟ੍ਰੇਨ ਬਾਰੇ ਕੀ ਲਿਖਿਆ ਹੋਇਆ ਹੈ? ਦ ਐਵਰੇਜ ਸਪੀਡ ਆਫ ਬੁਲੇਟ ਟ੍ਰੇਨ ਇਜ਼ 320 ਕਿਲੋਮੀਟਰ ਪਰ ਆਵਰ। ਮਤਲਬ ਕਿ 1 ਘੰਟੇ ਦੇ ਵਿੱਚ 320 ਕਿਲੋਮੀਟਰ ਦੂਰੀ ਤੈਅ ਕਰਦੀ ਹੈ। ਅਤੇ ਕਾਰ ਵੀ ਕੀ ਮੋਸ਼ਨ ਦੇ ਵਿੱਚ ਹੈ, ਗਤੀ ਦੇ ਵਿੱਚ ਹੈ। ਅਤੇ ਬਾਲ ਨੂੰ ਅਸੀਂ ਉੱਪਰੋਂ ਸਿੱਟ ਰਹੇ ਹਾਂ ਕਿਸੇ h ਹਾਈਟ ਤੋਂ, ਇਹ ਵੀ ਇੱਕ ਮੋਸ਼ਨ ਹੈ। ਟਾਈਪਸ ਆਫ ਮੋਸ਼ਨ, ਗਤੀ ਦੀਆਂ ਕਿਸਮਾਂ। ਟਰਾਂਸਲੇਟਰੀ ਮੋਸ਼ਨ, ਅਨੁਵਾਦ ਗਤੀ। ਸਰਕੂਲਰ ਮੋਸ਼ਨ, ਚੱਕਰਾਕਾਰ ਗਤੀ। ਰੋਟੇਸ਼ਨਲ ਮੋਸ਼ਨ, ਘੁੰਮਣ ਦੀ ਗਤੀ। ਪੀਰੀਓਡਿਕ ਮੋਸ਼ਨ, ਆਵਰਤੀ ਗਤੀ। ਬੱਚਿਓ, ਆਓ ਅਸੀਂ ਇਹਨਾਂ ਕਿਸਮਾਂ ਬਾਰੇ ਜਾਣੀਏ। ਟਰਾਂਸਲੇਟਰੀ ਮੋਸ਼ਨ, ਅਨੁਵਾਦ ਗਤੀ। ਸਟੇਟ ਲਾਈਨ ਔਰ ਕਰਵਡ ਪਾਥ ਵਿਦਾਊਟ ਐਨੀ ਰੋਟੇਸ਼ਨ। ਕਿਸੇ ਘੁੰਮਣ ਤੋਂ ਬਿਨਾਂ ਸਰਲ ਰੇਖਾ ਜਾਂ ਟੇਢਾ ਪਥ। ਪਿਆਰੇ ਬੱਚਿਓ, ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇੱਕ ਲਾਲ ਰੰਗ ਦੀ ਕਾਰ ਰੋਡ ਦੇ ਉੱਪਰ ਸਿੱਧੀ ਜਾ ਰਹੀ ਹੈ ਬਿਨਾਂ ਕਿਸੇ ਰੋਟੇਸ਼ਨ ਤੋਂ। ਇਹ ਕੀ ਹੈ? ਟਰਾਂਸਲੇਟਰੀ ਮੋਸ਼ਨ ਹੈ। ਸਰਕੂਲਰ ਮੋਸ਼ਨ, ਚੱਕਰਾਕਾਰ ਗਤੀ। ਮੋਸ਼ਨ ਆਫ ਏ ਬੋਡੀ ਅਲੋਂਗ ਦਾ ਸਰਕਮਫਰੈਂਸ ਆਫ ਏ ਸਰਕਲ। ਇੱਕ ਚੱਕਰ ਦੇ ਘੇਰੇ ਨਾਲ ਇੱਕ ਵਸਤੂ ਦੀ ਗਤੀ। ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਸੂਰਜ ਵਿਚਕਾਰ ਸਥਿਰ ਹੈ, ਉਸਦੇ ਆਲੇ ਦੁਆਲੇ ਕੌਣ ਚੱਕਰ ਲਗਾ ਰਿਹਾ ਹੈ? ਇੱਕ ਚੱਕਰ ਦੇ ਘੇਰੇ ਵਿੱਚ ਇੱਕ ਆਪਣਾ ਗ੍ਰਹਿ ਪ੍ਰਿਥਵੀ ਘੁੰਮ ਰਿਹਾ ਹੈ। ਇਸ ਤੋਂ ਇਲਾਵਾ ਹੋਰ ਗ੍ਰਹਿ ਵੀ ਇਸੇ ਤਰ੍ਹਾਂ ਆਪਣੀ ਪਰਿਕਰਮਾ ਪੂਰੇ ਕਰਦੇ ਨੇ। ਇਹ ਇੱਕ ਚੱਕਰਾਕਾਰ ਗਤੀ ਹੈ। ਰੋਟੇਸ਼ਨਲ ਮੋਸ਼ਨ, ਘੁੰਮਣ ਦੀ ਗਤੀ। ਮੋਸ਼ਨ ਆਫ ਏ ਬੋਡੀ ਅਰਾਊਂਡ ਦਾ ਫਿਕਸਡ ਐਕਸਿਸ ਪਾਸਿੰਗ ਥਰੂ ਦਾ ਆਬਜੈਕਟ। ਕਿਸੇ ਨਿਸ਼ਚਿਤ ਧੁਰੇ ਦੇ ਆਲੇ ਦੁਆਲੇ ਕਿਸੇ ਵਸਤੂ ਦੀ ਗਤੀ। ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਪੱਖਾ, ਜੋ ਕਿ ਉਸਦੇ ਖੰਭ ਹੈ, ਪੰਖ ਜੋ ਹੁੰਦੇ ਨੇ ਉਹ ਰੋਟੇਸ਼ਨ ਕਰ ਰਹੇ ਨੇ। ਅਤੇ ਜੋ ਵਿੱਚ ਸਾਨੂੰ ਇੱਕ ਕਾਰਟੂਨ ਦਿਖਾਇਆ ਗਿਆ ਹੈ। ਇਹ ਇਸ ਲਈ ਦਿਖਾਇਆ ਗਿਆ ਹੈ, ਇਹ ਦੱਸਣ ਦੇ ਲਈ ਕਿ ਪੱਖੇ ਦੀ ਰੋਟੇਸ਼ਨ ਕਿਸ ਸਾਈਡ ਨੂੰ ਹੁੰਦੀ ਹੈ। ਪੀਰੀਓਡਿਕ ਮੋਸ਼ਨ, ਆਵਰਤੀ ਗਤੀ। ਮੋਸ਼ਨ ਦੈਟ ਰਿਪੀਟਸ ਇਨ ਇਕੁਅਲ ਇੰਟਰਵਲ ਆਫ ਟਾਈਮ। ਸਮੇਂ ਦੇ ਬਰਾਬਰ ਅੰਤਰਾਲ ਵਿੱਚ ਦੁਹਰਾਉਣ ਵਾਲੀ ਗਤੀ। ਮੰਨ ਲਓ ਤੁਸੀਂ ਇੱਕ ਰਾਊਂਡ 3 ਸੈਕਿੰਡ ਵਿੱਚ ਪੂਰਾ ਕਰਦੇ ਹੋ, ਦੂਜਾ ਰਾਊਂਡ ਵੀ ਸੇਮ ਉਸੇ ਟਾਈਮ ਦੇ ਵਿੱਚ ਪੂਰਾ ਕਰਦੇ ਹੋ। ਇਹ ਇੱਕ ਆਵਰਤੀ ਗਤੀ ਹੈ। ਵਿਦਿਆਰਥੀਓ, ਹੁਣ ਅਸੀਂ ਯੂਨੀਫਾਰਮ ਮੋਸ਼ਨ ਐਂਡ ਨਾਨ ਯੂਨੀਫਾਰਮ ਮੋਸ਼ਨ ਬਾਰੇ ਪੜ੍ਹਾਂਗੇ।
ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਇੱਕ ਸਮਾਨ ਗਤੀ ਅਤੇ ਅਸਮਾਨ ਗਤੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਯੂਨੀਫਾਰਮ ਮੋਸ਼ਨ ਬਾਰੇ ਪੜ੍ਹਾਂਗੇ। ਇੱਕ ਸਮਾਨ ਗਤੀ। ਇਫ ਏ ਬੋਡੀ ਟਰੈਵਲਸ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮਸ ਇਟ ਇਜ਼ ਸੈਡ ਟੂ ਬੀ ਇਨ ਯੂਨੀਫਾਰਮ ਮੋਸ਼ਨ। ਕਹਿਣ ਦਾ ਭਾਵ ਇਹ ਹੈ, ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ। ਨੌਨ ਯੂਨੀਫਾਰਮ ਮੋਸ਼ਨ ਅਸਮਾਨ ਗਤੀ। ਇਫ ਏ ਬੋਡੀ ਟਰੈਵਲਸ ਅਨ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮਸ ਇਟ ਇਜ਼ ਸੈਡ ਟੂ ਬੀ ਇਨ ਨੌਨ ਯੂਨੀਫਾਰਮ ਮੋਸ਼ਨ। ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰਦੀ ਹੈ ਤਾਂ ਉਸਦੀ ਗਤੀ ਨੂੰ ਅਸਮਾਨ ਗਤੀ ਕਿਹਾ ਜਾਂਦਾ ਹੈ। ਵਿਦਿਆਰਥੀਓ, ਅਸੀਂ ਯੂਨੀਫਾਰਮ ਮੋਸ਼ਨ, ਇੱਕ ਸਮਾਨ ਗਤੀ ਅਤੇ ਨੌਨ ਯੂਨੀਫਾਰਮ ਮੋਸ਼ਨ ਅਸਮਾਨ ਗਤੀ ਦੀਆਂ ਕੁਝ ਉਦਾਹਰਨਾਂ ਦੇਖਾਂਗੇ। ਜਿੱਦਾਂ ਯੂਨੀਫਾਰਮ ਮੋਸ਼ਨ ਦੀਆਂ ਸਾਨੂੰ ਉਦਾਹਰਨਾਂ ਕੀ ਨੇ? ਕਲੋਕ ਦਿਖਾਇਆ ਹੋਇਆ ਹੈ। The movement of clock's hand and movement of pendulum is the example of non-uniform। ਇਹਦੇ ਵਿੱਚ ਕੀ ਹੁੰਦਾ ਆ? ਆਪਣੇ ਬਰਾਬਰ ਸਮੇਂ ਦੇ ਅੰਤਰਾਲਾਂ ਦੇ ਵਿੱਚ ਸਮਾਨ ਦੂਰੀ ਤੈਅ ਕੀਤੀ ਜਾਂਦੀ ਹੈ। ਨੌਨ ਯੂਨੀਫਾਰਮ ਮੋਸ਼ਨ ਦੇ ਵਿੱਚ ਕੀ ਹੁੰਦਾ ਆ? ਬਰਾਬਰ ਸਮੇਂ ਦੇ ਅੰਤਰਾਲਾਂ ਦੇ ਵਿੱਚ ਵੱਖ-ਵੱਖ ਦੂਰੀ ਤੈਅ ਕੀਤੀ ਜਾਂਦੀ ਹੈ। ਸਪੀਡ, ਚਾਲ। Speed of a body is the distance traveled by the body in unit time। ਕਿਸੇ ਵਸਤੂ ਦੀ ਚਾਲ ਇਕਾਈ ਸਮੇਂ ਵਿੱਚ ਵਸਤੂ ਦੁਆਰਾ ਕੀਤੀ ਗਈ ਦੂਰੀ ਹੈ। Speed is equal to distance over time। ਚਾਲ ਕਿਹਦੇ ਬਰਾਬਰ ਹੈ? ਤੈਅ ਕੀਤੀ ਦੂਰੀ ਵਟਾ ਲੱਗਾ ਸਮਾਂ। SI unit of speed is meter per second। Speed has only magnitude, so speed is a scalar quantity। ਵਿਦਿਆਰਥੀਓ, ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਸਾਨੂੰ ਇੱਕ ਰੈੱਡ ਕਾਰ ਅਤੇ ਇੱਕ ਗ੍ਰੇ ਕਾਰ ਦਿੱਤੀ ਹੋਈ ਹੈ। ਰੈੱਡ ਕਾਰ ਦੀ ਸਪੀਡ ਕਿੰਨੀ ਹੈ? 30 ਮੀਟਰ ਪਰ ਸੈਕਿੰਡ। ਗ੍ਰੇ ਕਾਰ ਦੀ ਸਪੀਡ ਹੈ 40 ਮੀਟਰ ਪਰ ਸੈਕਿੰਡ। ਕਹਿਣ ਦਾ ਭਾਵ ਇਹ ਹੈ ਕਿ ਰੈੱਡ ਕਾਰ ਦੀ ਸਪੀਡ ਹੈ, ਉਹ ਇਹ ਦਰਸਾਉਂਦੀ ਹੈ ਕਿ 1 ਸੈਕਿੰਡ ਦੇ ਵਿੱਚ ਰੈੱਡ ਕਾਰ 30 ਮੀਟਰ ਦੀ ਦੂਰੀ ਤੈਅ ਕਰ ਲੈਂਦੀ ਹੈ ਅਤੇ ਗ੍ਰੇ ਕਾਰ 1 ਸੈਕਿੰਡ ਦੇ ਵਿੱਚ 40 ਮੀਟਰ ਦੂਰੀ ਤੈਅ ਕਰ ਲੈਂਦੀ ਹੈ। ਐਵਰੇਜ ਸਪੀਡ, ਔਸਤ ਚਾਲ। ਇਟ ਇਜ਼ ਦਾ ਰੇਸ਼ੋ ਆਫ ਦਾ ਟੋਟਲ ਡਿਸਟੈਂਸ ਟਰੈਵਲ ਟੂ ਦਾ ਟੋਟਲ ਟਾਈਮ ਟੇਕਨ। ਐਵਰੇਜ ਸਪੀਡ ਇਜ਼ ਇਕੁਅਲ ਟੂ ਟੋਟਲ ਡਿਸਟੈਂਸ ਟਰੈਵਲਡ ਓਵਰ ਟੋਟਲ ਟਾਈਮ ਟੇਕਨ। ਔਸਤ ਚਾਲ ਕਿਹਦੇ ਬਰਾਬਰ ਹੈ? ਕੁੱਲ ਤੈਅ ਕੀਤੀ ਦੂਰੀ ਵਟਾ ਕੁੱਲ ਲੱਗਾ ਸਮਾਂ। ਆਓ ਬੱਚਿਓ, ਅਸੀਂ ਐਵਰੇਜ ਸਪੀਡ ਨੂੰ ਇੱਕ ਨੂਮੈਰੀਕਲ ਵਿੱਚ ਯੂਜ਼ ਕਰਦੇ ਹਾਂ। ਕੁਐਸਚਨ ਕੀ ਹੈ? ਐਨ ਆਬਜੈਕਟ ਟਰੈਵਲ 16 ਮੀਟਰ ਇਨ 4 ਸੈਕਿੰਡ ਐਂਡ ਦੈਨ ਅਨਦਰ 16 ਮੀਟਰ ਇਨ 2 ਸੈਕਿੰਡ। ਵਟ ਇਜ਼ ਦਾ ਐਵਰੇਜ ਸਪੀਡ ਆਫ ਦਾ ਆਬਜੈਕਟ। ਅਸੀਂ ਇਸ ਨੂੰ ਕਿਸ ਤਰ੍ਹਾਂ ਸੋਲਵ ਕਰਾਂਗੇ? ਟੋਟਲ ਡਿਸਟੈਂਸ ਟਰੈਵਲਡ ਬਾਏ ਦਾ ਆਬਜੈਕਟ ਇਜ਼ ਇਕੁਅਲ ਟੂ, ਦੋਨੇ ਆਬਜੈਕਟਾਂ ਦੇ ਅਸੀਂ ਡਿਸਟੈਂਸ ਨੂੰ ਐਡ ਕਰ ਲਵਾਂਗੇ। 16 ਮੀਟਰ ਪਲੱਸ 16 ਮੀਟਰ ਇਜ਼ 32 ਮੀਟਰ। ਟੋਟਲ ਟਾਈਮ ਟੇਕਨ, ਅਸੀਂ ਦੋਨਾਂ ਆਬਜੈਕਟਾਂ ਦਾ ਕਿੰਨਾ ਟਾਈਮ ਉਹਨਾਂ ਨੇ ਲਗਾਇਆ ਹੈ ਉਹ ਦੋਨਾਂ ਨੂੰ ਜਮ੍ਹਾਂ ਕਰ ਲਵਾਂਗੇ। 4 ਸੈਕਿੰਡ ਪਲੱਸ 2 ਸੈਕਿੰਡ ਇਜ਼ ਇਕੁਅਲ ਟੂ 6 ਸੈਕਿੰਡ। ਹੁਣ ਅਸੀਂ ਜੋ ਹੁਣੇ ਪਿੱਛੇ ਐਵਰੇਜ ਸਪੀਡ ਦਾ ਉਸ ਚਾਲ ਦਾ ਫਾਰਮੂਲਾ ਕੀਤਾ ਹੈ ਉਹ ਇੱਥੇ ਅਪਲਾਈ ਕਰਾਂਗੇ। ਐਵਰੇਜ ਸਪੀਡ ਇਜ਼ ਇਕੁਅਲ ਟੂ ਟੋਟਲ ਡਿਸਟੈਂਸ ਟਰੈਵਲ ਓਵਰ ਟੋਟਲ ਟਾਈਮ ਟੇਕਨ। ਵੀ ਹੈਵ ਟੋਟਲ ਡਿਸਟੈਂਸ ਟਰੈਵਲ 32 ਮੀਟਰ and total time taken 6 seconds, so we get average speed is equal to 5.33 meter per second। ਹੁਣ ਅਸੀਂ ਵੈਲੋਸਿਟੀ ਬਾਰੇ ਪੜ੍ਹਾਂਗੇ। ਵੈਲੋਸਿਟੀ ਨੂੰ ਪੰਜਾਬੀ ਦੇ ਵਿੱਚ ਵੇਗ ਕਿਹਾ ਜਾਂਦਾ ਹੈ। ਵੈਲੋਸਿਟੀ ਆਫ ਏ ਬੋਡੀ ਇਜ਼ ਦਾ ਡਿਸਪਲੇਸਮੈਂਟ ਆਫ ਦਾ ਬੋਡੀ ਪਰ ਯੂਨਿਟ ਟਾਈਮ। ਇਸ ਦਾ ਫਾਰਮੂਲਾ ਕੀ ਹੈ? ਵੈਲੋਸਿਟੀ ਇਜ਼ ਇਕੁਅਲ ਟੂ ਡਿਸਪਲੇਸਮੈਂਟ ਓਵਰ ਟਾਈਮ ਟੇਕਨ। ਵੇਗ ਬਰਾਬਰ ਵਸਤੂ ਦਾ ਵਿਸਥਾਪਨ ਬਟਾ ਲੱਗਾ ਸਮਾਂ। The quantity which specifies both the direction of motion
and speed is velocity. Velocity has both magnitude and direction, so it is a vector quantity. ਵਿਦਿਆਰਥੀਓ, ਤੁਸੀਂ ਦਿੱਤੇ ਹੋਏ ਚਿੱਤਰ ਵਿੱਚ 3 ਕਾਰਾਂ ਦੇਖ ਰਹੇ ਹੋ। ਇਸ ਵਿੱਚ ਕਾਰ ਦੀ ਸਪੀਡ ਉਹਦੀ ਡਾਇਰੈਕਸ਼ਨ ਦੇ ਨਾਲ ਦੱਸੀ ਹੋਈ ਹੈ। ਸਪੀਡ ਵਿਦ ਡਾਇਰੈਕਸ਼ਨ ਇਜ਼ ਨੋਨ ਐਜ਼ ਵੈਲੋਸਿਟੀ। ਤੁਸੀਂ ਪਹਿਲੀ ਕਾਰ ਦੇਖ ਸਕਦੇ ਹੋ 1 ਘੰਟੇ ਦੇ ਵਿੱਚ 30 ਮੀਟਰ ਤੈਅ ਕਰਦੀ ਹੈ, ਕਿੱਧਰ ਈਸਟ ਵਾਲੀ ਸਾਈਡ 'ਤੇ, ਦੂਜੀ ਵੀ ਨੌਰਥ ਵੈਸਟ 'ਤੇ, ਤੀਜੀ ਈਸਟ ਵੱਲ। ਮਤਲਬ ਕਿ ਜਦੋਂ ਵੀ ਸਾਡੇ ਚਾਲ ਦੇ ਨਾਲ ਉਹਦੀ ਦਿਸ਼ਾ ਬਾਰੇ ਦੱਸਣਾ ਹੋਵੇ ਤਾਂ ਉੱਥੋਂ ਸਾਡੇ ਕੋਲ ਵੇਗ ਨਿਕਲ ਕੇ ਆ ਜਾਂਦਾ ਹੈ। ਐਵਰੇਜ ਵੈਲੋਸਿਟੀ, ਔਸਤ ਵੇਗ। ਇਟ ਇਜ਼ ਅ ਰੇਸ਼ੋ ਆਫ ਦਾ ਟੋਟਲ ਡਿਸਪਲੇਸਮੈਂਟ ਟੂ ਦਾ ਟਾਈਮ ਟੇਕਨ। Average velocity is equal to total displacement over total time। औसत वेग बराबर वस्तु का कुल विस्थापन वटा कुल लगा समा। It is also the mean of the initial velocity आरंभिक वेग small u and final velocity अंतिम वेग small v। ਇਸ ਨੂੰ ਐਵਰੇਜ ਵੈਲੋਸਿਟੀ ਨੂੰ ਅਸੀਂ ਦੂਸਰੇ ਫਾਰਮੂਲੇ ਨਾਲ ਵੀ ਲਿਖ ਸਕਦੇ ਹਾਂ, ਜੋ ਕਿ ਇਹ ਹੈ ਐਵਰੇਜ ਵੈਲੋਸਿਟੀ ਇਜ਼ ਇਕੁਅਲ ਟੂ u ਪਲੱਸ v ਓਵਰ 2। ਔਸਤ ਵੇਗ ਬਰਾਬਰ ਆਰੰਭਿਕ ਵੇਗ ਜਮਾ ਅੰਤਿਮ ਵੇਗ ਵਟਾ 2। ਸਪੀਡ ਐਂਡ ਵੈਲੋਸਿਟੀ ਹੈਵ ਦਾ ਸੇਮ ਯੂਨਿਟਸ ਮੀਟਰ ਪਰ ਸੈਕਿੰਡ। ਬੱਚਿਓ, ਹੁਣ ਪਿੱਛੇ ਅਸੀਂ ਐਵਰੇਜ ਵੈਲੋਸਿਟੀ ਬਾਰੇ ਪੜ੍ਹਿਆ, ਉਹਦੇ ਨਾਲ ਰਿਲੇਟ ਹੁਣ ਸਾਡੇ ਕੋਲ ਇੱਕ ਪ੍ਰੋਬਲਮ ਹੈ ਜੋ ਅਸੀਂ ਸੋਲਵ ਕਰਾਂਗੇ। ਕੁਐਸਚਨ ਦੇਖੋ, ਇਫ ਏ ਕਾਰ ਚੇਂਜ ਇਟਸ ਸਪੀਡ ਫਰੋਮ 10 ਮੀਟਰ ਪਰ ਸੈਕਿੰਡ ਟੂ 20 ਮੀਟਰ ਪਰ ਸੈਕਿੰਡ ਇਨ ਜਸਟ 5 ਸੈਕਿੰਡ, ਵਟ ਇਜ਼ ਦਾ ਐਵਰੇਜ ਵੈਲੋਸਿਟੀ ਆਫ ਦਾ ਕਾਰ। ਇਹਦੇ ਵਿੱਚ ਇਹ ਕਿਹਾ ਗਿਆ ਆ ਕਿ ਜੇਕਰ ਕੋਈ ਇੱਕ ਕਾਰ ਆਪਣੀ ਚਾਲ ਨੂੰ 10 ਮੀਟਰ ਪਰ ਸੈਕਿੰਡ ਤੋਂ 20 ਮੀਟਰ ਪਰ ਸੈਕਿੰਡ 5 ਸੈਕਿੰਡਾਂ ਵਿੱਚ ਬਦਲਦਾ ਹੈ ਤਾਂ ਉਸ ਦੀ ਔਸਤ ਵੇਗ ਕੀ ਹੋਵੇਗੀ। ਸੋਲਿਊਸ਼ਨ ਹੈ, u ਸਾਨੂੰ ਦਿੱਤਾ ਹੋਇਆ 10 ਮੀਟਰ ਪਰ ਸੈਕਿੰਡ ਆਰੰਭਿਕ ਵੇਗ ਦਿੱਤਾ ਹੋਇਆ ਸਾਨੂੰ, ਇਹ v ਕੀ ਦਿੱਤਾ ਹੋਇਆ ਸਾਨੂੰ ਅੰਤਿਮ 20 ਮੀਟਰ ਪਰ ਸੈਕਿੰਡ, ਟਾਈਮ ਟੇਕਨ 5 ਸੈਕਿੰਡ। ਅਸੀਂ ਐਵਰੇਜ ਵੈਲੋਸਿਟੀ ਮੀਨ ਵਾਲਾ ਫਾਰਮੂਲਾ ਲਗਾਵਾਂਗੇ u ਪਲੱਸ v ਵਟਾ 2। u ਦੀ ਵੈਲਿਊ 10 ਪੁੱਟ ਕਰਾਂਗੇ, v ਦੀ 20, 30 over 2 is 15 meter per second। We get average velocity of the car। ਚਾਲ ਅਤੇ ਵੇਗ ਕਰਨ ਤੋਂ ਬਾਅਦ ਹੁਣ ਅਸੀਂ ਪ੍ਰਵੇਗ ਬਾਰੇ ਪੜਾਂਗੇ। ਐਕਸਲਰੇਸ਼ਨ, the quantity which specify change in velocity। ਇਹ ਇੱਕ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਦਾ ਮਾਪ ਹੈ। Acceleration is the rate of change of velocity। Acceleration is equal to final velocity minus initial velocity over time, v minus u over t। SI unit of acceleration is meter per second square। ਵਿਦਿਆਰਥੀਓ, ਤੁਸੀਂ ਚਿੱਤਰ ਦੇ ਵਿੱਚ ਦੇਖ ਸਕਦੇ ਹੋ 4 different ways to accelerate a car। ਇਸ ਨੂੰ ਕੌਂਸਟੈਂਟ, ਪਹਿਲਾਂ ਇਹ ਦੇਖੋ ਇਹ ਚਿੱਤਰ ਵਿੱਚ ਕੀ ਦਿੱਤਾ ਹੋਇਆ ਹੈ, 60 ਮੀਟਰ ਪਰ ਘੰਟੇ ਤੋਂ 30 ਮੀਟਰ ਪਰ ਘੰਟੇ 'ਤੇ ਸਾਡੀ ਕਾਰ ਜਾ ਰਹੀ ਹੈ। ਇਹ 'ਤੇ ਕੀ ਲਿਖਿਆ ਹੋਇਆ ਹੈ, ਕੌਂਸਟੈਂਟ ਡਾਇਰੈਕਸ਼ਨ ਇਨਕਰੀਜ਼ ਸਪੀਡ। ਦੂਜੇ 'ਤੇ ਕੌਂਸਟੈਂਟ ਡਾਇਰੈਕਸ਼ਨ ਡਿਕਰੀਜ਼ ਸਪੀਡ। ਠੀਕ ਹੈ, 30 ਤੋਂ 60 'ਤੇ ਚੇਂਜ ਡਾਇਰੈਕਸ਼ਨ ਕੌਂਸਟੈਂਟ ਸਪੀਡ, ਚੇਂਜ ਡਾਇਰੈਕਸ਼ਨ ਚੇਂਜ ਸਪੀਡ। ਕਹਿਣ ਦਾ ਭਾਵ ਹੈ ਜਦੋਂ ਸਾਡੀ ਵੈਲੋਸਿਟੀ ਦੇ ਵਿੱਚ ਚੇਂਜ ਆ ਜਾਂਦਾ ਹੈ, ਉਸ ਦੇ ਵੈਲੋਸਿਟੀ ਦੇ ਪਰਿਵਰਤਨ ਦਾ ਮਾਪ ਹੀ ਇੱਕ ਇਕਾਈ ਸਮੇਂ ਦੇ ਵਿੱਚ ਐਕਸਲੇਸ਼ਨ ਕਹਾਉਂਦਾ ਹੈ। ਪਿਆਰੇ ਬੱਚਿਓ, ਹੁਣ ਸਾਡਾ ਗ੍ਰਾਫ ਦਾ ਟੌਪਿਕ ਸ਼ੁਰੂ ਹੋ ਗਿਆ ਹੈ। ਡਿਸਟੈਂਸ ਟਾਈਮ ਗ੍ਰਾਫ, ਦੂਰੀ ਸਮਾਂ ਗ੍ਰਾਫ। ਮੋਸ਼ਨ ਕੈਨ ਬੀ ਰਿਪਰੈਜ਼ੈਂਟਡ ਔਨ ਦਾ ਡਿਸਟੈਂਸ ਟਾਈਮ ਗ੍ਰਾਫ। ਗਤੀ ਨੂੰ ਅਸੀਂ ਡਿਸਟੈਂਸ ਸਮਾਂ ਦੂਰੀ ਸਮਾਂ ਗ੍ਰਾਫ ਦੇ ਉੱਪਰ ਪ੍ਰਦਰਸ਼ਿਤ ਕਰ ਸਕਦੇ ਹਾਂ। ਇਨ ਦਾ ਗ੍ਰਾਫ ਡਿਸਟੈਂਸ ਦੂਰੀ ਇਜ਼ ਟੇਕਨ ਔਨ ਦਾ ਵਾਈ ਐਕਸਿਸ ਐਂਡ ਟਾਈਮ ਸਮਾਂ ਇਜ਼ ਟੇਕਨ ਔਨ ਦਾ ਐਕਸ ਐਕਸਿਸ। ਦਾ ਡਿਸਟੈਂਸ ਟਾਈਮ ਗ੍ਰਾਫ ਫਾਰ ਯੂਨੀਫਾਰਮ ਸਪੀਡ, ਇੱਕ ਸਮਾਨ ਗਤੀ ਦੇ ਲਈ ਸਟ੍ਰੇਟ ਲਾਈਨ ਸਿੱਧੀ ਸਰਲ ਰੇਖਾ ਹੁੰਦੀ ਹੈ। ਦਿਸ ਇਜ਼ ਬਿਕਾਊਜ਼ ਇਨ ਯੂਨੀਫਾਰਮ speed a body travels equal distances in equal intervals of time।
क्योंकि ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ। ਆਓ ਵਿਦਿਆਰਥੀਓ, ਹੁਣ ਅਸੀਂ ਗ੍ਰਾਫ ਰਾਹੀਂ ਦੇਖਦੇ ਹਾਂ। ਯੂਨੀਫਾਰਮ ਸਪੀਡ ਇੱਕ ਸਮਾਨ ਗਤੀ, ਦੂਸਰੇ ਪਾਸੇ ਹੈ ਨੋਨ ਯੂਨੀਫਾਰਮ ਸਪੀਡ ਅਸਮਾਨ ਗਤੀ। ਪਹਿਲਾਂ ਅਸੀਂ ਯੂਨੀਫਾਰਮ ਸਪੀਡ ਗ੍ਰਾਫ ਬਾਰੇ ਦੇਖਦੇ ਹਾਂ। v ਇਜ਼ ਇਕੁਅਲ ਟੂ s2 ਮਾਈਨਸ s1 ਓਵਰ t2 ਮਾਈਨਸ t1, ਮਤਲਬ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਓਵਰ ਟਾਈਮ। ਤੁਸੀਂ ਗ੍ਰਾਫ ਵਿੱਚ ਦੇਖ ਸਕਦੇ ਹੋ ਸਮਾਂ ਸਾਨੂੰ ਮਿੰਟ ਦੇ ਵਿੱਚ ਦਿੱਤਾ ਹੋਇਆ ਹੈ ਜੋ ਕਿ ਐਕਸ ਐਕਸਿਸ ਤਰਫ ਹੈ। ਦੂਰੀ ਸਾਨੂੰ ਕਿਲੋਮੀਟਰ ਦੇ ਵਿੱਚ ਦਿੱਤੀ ਹੋਈ ਹੈ ਜੋ ਕਿ ਵਾਈ ਐਕਸਿਸ ਦੀ ਤਰ੍ਹਾਂ ਹੈ। ਸਾਡੀ ਇੱਕ ਆਪਣੇ ਟੇਬਲ ਦੇ ਹਿਸਾਬ ਨਾਲ ਇੱਕ ਸਟ੍ਰੇਟ ਲਾਈਨ ਬਣਦੀ ਹੈ ਜਿਸ ਨਾਲ ਅਸੀਂ ਕੁਝ ਦੋ ਬਿੰਦੂ ਲੈ ਲੈਂਦੇ ਹਾਂ, ਉਸ ਦੀ ਸਲੋਪ ਰਾਹੀਂ ਅਸੀਂ ਸਪੀਡ ਕੱਢ ਲੈਂਦੇ ਹਾਂ। ਨੋਨ ਯੂਨੀਫਾਰਮ ਸਪੀਡ 'ਚ ਦੇਖੋ ਇਸ ਵਿੱਚ ਕੀ ਹੁੰਦਾ ਹੈ, ਬਰਾਬਰ ਸਮੇਂ ਅੰਤਰਾਲ ਦੇ ਵਿੱਚ ਅਸਮਾਨ ਦੂਰੀ ਤੈਅ ਕੀਤੀ ਜਾਂਦੀ ਹੈ ਜਿਸ ਕਰਕੇ ਇਹ ਸਿੱਧਾ ਨਾ ਹੋ ਕੇ ਥੋੜ੍ਹਾ ਕਰਵ ਬਣ ਜਾਂਦਾ ਹੈ। ਵੈਲੋਸਿਟੀ ਟਾਈਮ ਗ੍ਰਾਫ, ਵੇਗ ਸਮਾਂ ਗ੍ਰਾਫ। The variation in velocity with time for an object moving in a straight line can be represented by a velocity time graph. In this graph, time is represented along the x-axis and the velocity is represented along the y-axis. If object moves at uniform velocity, the height of its velocity time graph will not change with time. It will be a straight line parallel to the x-axis. ਵਿਦਿਆਰਥੀਓ, ਤੁਸੀਂ ਇਹ ਚਿੱਤਰ ਵਿੱਚ ਵੀ ਦੇਖ ਸਕਦੇ ਹੋ ਇੱਕ ਸਮਾਨ ਚਾਲ ਦੀ ਗਤੀ ਨਾਲ ਕਿਸੇ ਕਾਰ ਦਾ ਵੇਗ ਸਮਾਂ ਗ੍ਰਾਫ। ਇਸ ਗ੍ਰਾਫ ਵਿੱਚ ਵੇਗ ਅਤੇ ਸਮਾਂ ਧੁਰੇ ਉੱਤੇ ਘੇਰਿਆ ਗਿਆ ਖੇਤਰ ਕਿਸੇ ਸਮੇਂ ਅੰਤਰਾਲ ਲਈ ਵਿਸਥਾਪਨ ਦੀ ਮਾਤਰਾ ਦੇ ਬਰਾਬਰ ਹੋਵੇਗਾ। ਤੁਸੀਂ ਗ੍ਰਾਫ ਦੇ ਵਿੱਚ ਦੇਖ ਸਕਦੇ ਹੋ ਸਮਾਂ ਸਾਨੂੰ ਘੰਟਿਆਂ ਦੇ ਵਿੱਚ ਦਿੱਤਾ ਹੋਇਆ ਹੈ ਜੋ ਕਿ ਐਕਸ ਐਕਸਿਸ ਦੇ ਅਲੋਂਗ ਹੈ। ਵੇਗ ਸਾਨੂੰ ਕਿਲੋਮੀਟਰ ਪਰ ਘੰਟਾ ਦੇ ਦਿੱਤਾ ਹੋਇਆ ਹੈ ਜੋ ਕਿ ਵਾਈ ਐਕਸਿਸ ਦੇ ਅਲੋਂਗ ਹੈ। ਵੇਗ ਸਮਾਂ ਗ੍ਰਾਫ। ਯੂਨੀਫਾਰਮਲੀ ਐਕਸਲੇਟਡ ਮੋਸ਼ਨ, ਨੋਨ ਯੂਨੀਫਾਰਮਲੀ ਐਕਸਲੇਟਡ ਮੋਸ਼ਨ। ਪਿਆਰੇ ਵਿਦਿਆਰਥੀਓ, ਵੇਗ ਸਮਾਂ ਗ੍ਰਾਫ ਨੂੰ ਅਸੀਂ ਇੱਕ ਸਮਾਨ ਪ੍ਰਵੇਗਿਤ ਗਤੀ ਅਤੇ ਅਸਮਾਨ ਪ੍ਰਵੇਗਿਤ ਗਤੀ ਵਿੱਚ ਵੀ ਦੇਖਦੇ ਹਾਂ। ਜਿਸ ਤਰ੍ਹਾਂ ਤੁਸੀਂ ਇੱਕ ਸਮਾਨ ਪ੍ਰਵੇਗਿਤ ਗਤੀ ਵਿੱਚ ਦੇਖ ਸਕਦੇ ਹੋ ਕਿ ਸਾਡੇ ਕੋਲ A B C D E ਪੂਰਾ ਖੇਤਰ ਆ ਰਿਹਾ ਹੈ। ਇਸ ਨੂੰ ਦੇਖਣ ਦੇ ਲਈ ਇਸ ਤੋਂ ਵੇਗ ਸਮਾਂ ਤੋਂ ਅਸੀਂ ਡਿਸਟੈਂਸ S ਕੱਢ ਸਕਦੇ ਹਾਂ, ਤੈਅ ਕੀਤੀ ਦੂਰੀ ਨੂੰ ਅਸੀਂ ਕੱਢ ਸਕਦੇ ਹਾਂ। ਇਹ ਕਿਸ ਤਰ੍ਹਾਂ ਹੋ ਗਿਆ? ਇਹ ਹੋਏਗਾ ਸਾਡੇ ਇਸ ਵਿੱਚ ਸਾਡੇ ਦੋ ਖੇਤਰਫਲ ਆ ਰਹੇ ਨੇ A B C D। ਇੱਕ ਤਾਂ ਇਹ ਸਾਡੀ ਰੈਕਟੈਂਗਲ ਆ ਰਹੀ ਹੈ, ਇੱਕ ADE ਇੱਕ ਸਾਡੀ ਟ੍ਰਾਇੰਗਲ ਬਣ ਰਹੀ ਹੈ। ਅਸੀਂ ਦੋਨਾਂ ਦੇ ਖੇਤਰਫਲ ਦੇਖ ਕੇ ਇਸ ਹਿਸਾਬ ਨਾਲ S ਕੱਢ ਸਕਦੇ ਹਾਂ। ਨੋਨ ਯੂਨੀਫਾਰਮਲੀ ਐਕਸਲੇਟਡ ਮੋਸ਼ਨ, ਅਸਮਾਨ ਪ੍ਰਵੇਗਿਤ ਗਤੀ। ਇਸ ਵਿੱਚ ਸਮਾਂ ਸੈਕਿੰਡ ਵਿੱਚ ਦਿੱਤਾ ਹੋਇਆ ਹੈ, ਵੇਗ ਮੀਟਰ ਪਰ ਸੈਕਿੰਡ ਵਿੱਚ ਦਿੱਤਾ ਹੋਇਆ ਹੈ। ਤੁਸੀਂ ਇਸ ਵਿੱਚ ਦੇਖ ਸਕਦੇ ਹੋ ਕਿ ਇਹ ਇੱਕ ਸਿੱਧੀ ਰੇਖਾ ਨਾ ਬਣ ਕੇ ਇੱਕ ਟੇਢੀ ਮੇਢੀ ਅਜੀਬ ਤਰੀਕੇ ਨਾਲ ਬਣਿਆ ਹੋਇਆ ਗ੍ਰਾਫ ਹੈ। ਹੁਣ ਵਿਦਿਆਰਥੀਓ, ਅਸੀਂ ਇਕੁਏਸ਼ਨ ਆਫ ਮੋਸ਼ਨ ਬਾਰੇ ਪੜ੍ਹਾਂਗੇ। ਗਤੀ ਦੇ ਸਮੀਕਰਨ। Let a body is moving with initial velocity u with uniform acceleration a. Its velocity become v in time t second. In the meantime, it cover the distance s. Small u is equal to आरंभिक वेग is the initial velocity. v is equal to अंतिम वेग, it is the final velocity. a is equal to प्रवेग is acceleration. s is equal to तय कीती दूरी is distance. t equal to समा time. First equation of motion, we know that acceleration is equal to change in velocity over time. A is equal to v minus u over t. At is equal to v minus u. We have get first equation of motion, v is equal to u plus at. v is अंतिम वेग is बराबर है आरंभिक वेग जमा एक्सेलरेशन गुणा समा। Second equation of motion,
Average velocity is equal to u plus v over 2. Initial velocity plus final velocity over 2. Distance traveled is equal to average velocity into time. S is equal to u plus v over 2 into t. We put first equation of motion v is equal to u plus at. We put v in above equation, then we get S is equal to ut plus 1 by 2 at square. It is second equation of motion. Third equation of motion, we know that first equation of motion v equal to u plus at. V minus u over a is equal to t. Put above t. S is equal to ut plus half at square. Then solve it and we get v square minus u square is equal to 2as. ਹੁਣ ਵਿਦਿਆਰਥੀਓ ਅਸੀਂ ਗਤੀ ਦੇ ਸਮੀਕਰਨਾਂ ਨੂੰ ਗ੍ਰਾਫ ਰਾਹੀਂ ਸਮਝਾਂਗੇ। ਤੁਸੀਂ ਗ੍ਰਾਫ ਨੂੰ ਦੇਖ ਸਕਦੇ ਹੋ, ਇਹ ਵੇਗ ਸਮਾਂ ਗ੍ਰਾਫ ਹੈ। ਸਮਾਂ ਸਾਨੂੰ ਸੈਕਿੰਡ ਦੇ ਵਿੱਚ ਦਿੱਤਾ ਹੋਇਆ, ਵੇਗ ਸਾਨੂੰ ਮੀਟਰ ਪਰ ਸੈਕਿੰਡ ਦੇ ਵਿੱਚ ਦਿੱਤਾ ਹੋਇਆ ਹੈ। ਇਸ ਵਿੱਚ A, D, B, E ਪੁਆਇੰਟ ਦਰਸਾਏ ਹੋਏ ਨੇ। A 'ਤੇ ਸਾਨੂੰ U ਦੱਸਿਆ ਹੋਇਆ ਹੈ, ਮਤਲਬ ਕਿ ਆਰੰਭਿਕ ਵੇਗ ਬਾਰੇ, ਅਤੇ E ਸਾਡਾ ਅੰਤਿਮ ਵੇਗ ਹੈ, ਅਤੇ C 'ਤੇ ਸਾਨੂੰ ਟਾਈਮ ਬਾਰੇ ਦੱਸਿਆ ਗਿਆ ਹੈ। ਵੇਗ ਸਮਾਂ ਸੰਬੰਧ ਦੇ ਲਈ ਸਮੀਕਰਨ, ਇਕੁਏਸ਼ਨ ਫਾਰ ਵੈਲੋਸਿਟੀ ਟਾਈਮ ਰਿਲੇਸ਼ਨ। ਤੁਸੀਂ ਗ੍ਰਾਫ ਦੇ ਵਿੱਚ ਦੇਖ ਸਕਦੇ ਹੋ, ਸਾਨੂੰ AD ਨੂੰ OC ਦੇ ਸਮਾਨਾਂਤਰ ਖਿੱਚਣਾ ਪਵੇਗਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ BC ਕਿਹਦੇ ਬਰਾਬਰ ਹੋਵੇਗਾ, BD ਪਲੱਸ DC ਦੇ, ਅਤੇ ਸੇਮ ਹੀ ਉੱਧਰ ਪਾਸੇ OA ਪਲੱਸ BD ਦੇ, BD plus OA is equal to, ਤੁਸੀਂ ਨੋਟ ਕੀਤਾ ਹੋਵੇਗਾ ਕਿ ਪਹਿਲਾਂ ਅਸੀਂ BD plus DC ਲਿਖਿਆ, ਬਾਅਦ ਵਿੱਚ BD plus OA, ਕਿਉਂਕਿ ਬੱਚੇ DC OA ਦੇ ਬਰਾਬਰ ਹੈ। BC ਕੀ ਹੈ, V, ਅਤੇ OA ਕੀ ਹੈ, U। V is equal to BD plus U, BD is equal to V minus U। ਫਿਰ ਅਸੀਂ VT ਗ੍ਰਾਫ ਤੋਂ ਦੇਖਾਂਗੇ ਵੇਗ ਵਿੱਚ ਪਰਿਵਰਤਨ ਵਟਾ ਲੱਗਾ ਸਮਾਂ। BD over AD is equal to BD over EC. Put OC is equal to T. Put above equation, then we get V equal to U plus AT। ਇਹ ਸਾਡੀ ਗਤੀ ਦੇ ਸਮੀਕਰਨ ਦੀ ਪਹਿਲੀ ਸਮੀਕਰਨ ਹੈ। ਪਿਆਰੇ ਬੱਚਿਓ, ਤੁਸੀਂ ਦੂਸਰਾ ਵੀ ਦੇਖ ਸਕਦੇ ਹਾਂ, ਸਥਿਤੀ ਸਮਾਂ ਸੰਬੰਧ ਲਈ ਸਮੀਕਰਨ। ਇਸ ਵਿੱਚ ਅਸੀਂ ਮੰਨ ਲਓ ਵਸਤੂ ਨੇ ਇੱਕ ਸਮਾਨ ਪ੍ਰਵੇਗ A ਨਾਲ T ਸਮੇਂ ਲਈ S ਦੂਰੀ ਤੈਅ ਕੀਤੀ। ਚਿੱਤਰ ਜੋ ਪਿੱਛੇ ਅਸੀਂ ਦੇਖਿਆ ਸੀ ਉਹਦੇ ਹਿਸਾਬ ਨਾਲ ਅਸੀਂ ਇਸ ਨੂੰ ਸੋਲਵ ਕੀਤਾ ਹੈ। AB ਘੇਰੇ ਗਏ ਖੇਤਰਫਲ OAB C ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਨੂੰ ਇਸ ਤੋਂ ਕੀ ਪਤਾ ਲੱਗਦਾ ਹੈ, OABC ਦਾ ਖੇਤਰਫਲ ਜੋ ਕਿ ਇੱਕ ਸਮਲੰਬ ਚਤੁਰਭੁਜ ਹੈ, ਕਿਹਦੇ ਬਰਾਬਰ ਹੋਏਗਾ, ਤੁਸੀਂ ਚਿੱਤਰ 'ਚ ਵੀ ਦੇਖ ਸਕਦੇ ਹੋ, OABC। ਇਸ ਵਿੱਚ ਸਾਨੂੰ ਕੀ ਕੀ ਦਿਖਾਈ ਦੇ ਰਿਹਾ ਹੈ, ਇੱਕ ਸਾਨੂੰ ਆਇਤ ਦਿਖਾਈ ਦੇ ਰਹੀ ਹੈ AOCD, ਇੱਕ ਸਾਨੂੰ ਤ੍ਰਿਭੁਜ ਦਿਖਾਈ ਦੇ ਰਹੀ ਹੈ ADB। ਤੁਸੀਂ ਦੇਖ ਸਕਦੇ ਹੋ S is equal to ਆਇਤ OADC ਦਾ ਖੇਤਰਫਲ ਜਮ੍ਹਾਂ ਤ੍ਰਿਭੁਜ ADB। ਤੁਹਾਨੂੰ ਪਤਾ ਹੋਵੇਗਾ ਕਿ ਆਇਤ ਦਾ ਖੇਤਰਫਲ ਕਿਸ ਤਰ੍ਹਾਂ ਪਤਾ ਕੀਤਾ ਜਾਂਦਾ ਹੈ, ਲੰਬਾਈ ਗੁਣਾ ਚੌੜਾਈ, ਲੈਂਥ ਇੰਟੂ ਬ੍ਰੈਡਥ ਪਲੱਸ 1/2 AD ਇੰਟੂ BD, ਜੋ ਕਿ ਤ੍ਰਿਭੁਜ ਦਾ ਖੇਤਰਫਲ ਹੈ। ਤੁਸੀਂ ਗ੍ਰਾਫ ਤੋਂ ਦੇਖ ਕੇ ਇਹਨਾਂ ਦੀਆਂ ਵੈਲਿਊ ਪੁੱਟ ਕਰ ਸਕਦੇ ਹੋ, ਅਤੇ ਲਾਸਟ ਵਿੱਚ ਸਾਡੇ ਤੋਂ S equal to UT plus half AT square ਆਂਸਰ ਆ ਜਾਵੇਗਾ। ਤੀਸਰੀ ਇਕੁਏਸ਼ਨ ਕੀ ਹੈ, ਵੇਗ ਦੂਰੀ ਸੰਬੰਧ ਦੇ ਲਈ ਸਮੀਕਰਨ। ਤੁਸੀਂ ਸੇਮ ਇਹੀ ਚਿੱਤਰ ਦੇਖਣਾ ਹੈ, ਇਸ ਤੋਂ ਹੀ ਇਸ ਨੂੰ ਸੋਲਵ ਕਰਨਾ ਹੈ। ਵੇਗ ਸਮਾਂ ਤੋਂ ਵਸਤੂ ਦੇ ਦੁਆਰਾ ਸਮਾਨ ਪ੍ਰਵੇਗ A ਨਾਲ T ਸਮੇਂ ਵਿੱਚ ਤੈਅ ਕੀਤੀ ਦੂਰੀ S। ਸੇਮ ਪਹਿਲਾਂ ਵਾਂਗੂ ਹੀ OABC ਦੁਆਰਾ ਘੇਰਿਆ ਖੇਤਰਫਲ S is equal to ਸਮਲੰਬ OBC ਦਾ ਖੇਤਰਫਲ
ਇਕੁਅਲ ਟੂ 1/2 ਇੰਟੂ ਸਮਾਨਾਂਤਰ ਭੁਜਾਵਾਂ ਦਾ ਜੋੜ ਗੁਣਾ ਲੰਬਾਤਮਕ ਦੂਰੀ। ਇਹ ਅਸੀਂ ਪੁੱਟ ਕਰਕੇ ਲਾਸਟ ਵਿੱਚ ਸਾਡੇ ਕੋਲ ਆਂਸਰ ਆਏਗਾ v² - u² ਇਕੁਅਲ ਟੂ 2ac। ਪਿਆਰੇ ਬੱਚੋ, ਇਹ ਸਾਡੇ ਤੋਂ ਆਪਣੀਆਂ 3 ਗਤੀ ਦੇ ਸਮੀਕਰਨਾਂ ਸੀ। v ਇਕੁਅਲ ਟੂ u ਪਲਸ at, s ਇਕੁਅਲ ਟੂ ut ਪਲਸ ਹਾਫ at², ਥਰਡ v² - u² ਇਕੁਅਲ ਟੂ 2ac। ਹੁਣ ਅਸੀਂ ਯੂਨੀਫਾਰਮ ਸਰਕੂਲਰ ਮੋਸ਼ਨ ਬਾਰੇ ਪੜ੍ਹਾਂਗੇ। ਇੱਕ ਸਮਾਨ ਚੱਕਰਾਕਾਰ ਗਤੀ। If a body moves in a circular path with uniform speed, its motion is called uniform circular motion. Uniform circular motion is accelerated motion because in a circular motion a body continuously changes its direction. The circumference of a circle of a radius r is given by 2 pi r. If a body takes time t to go once around the circular path, then velocity v is, ਸਾਨੂੰ ਫਾਰਮੂਲਾ ਦਿੱਤਾ ਹੈ v is equal to 2 pi r over t। ਬੱਚੋ, ਇਸ ਦਾ ਕਹਿਣ ਦਾ ਮਤਲਬ ਇਹ ਹੈ ਜਦੋਂ ਵਸਤੂ ਦੇ ਵੇਗ ਵਿੱਚ ਭਾਵ ਵੈਲੋਸਿਟੀ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਵਸਤੂ ਪ੍ਰਵੇਗਿਤ ਹੋ ਗਈ, ਭਾਵ ਉਹ ਐਕਸਲਰੇਟ ਹੋ ਗਈ। ਵੇਗ ਵਿੱਚ ਇਹ ਪਰਿਵਰਤਨ ਵੇਗ ਦੀ ਮਾਤਰਾ ਜਾਂ ਗਤੀ ਦੀ ਦਿਸ਼ਾ ਜਾਂ ਦੋਨਾਂ ਵਿੱਚ ਤਬਦੀਲੀ ਦੇ ਕਾਰਨ ਹੋ ਸਕਦਾ ਹੈ। ਕੀ ਤੁਸੀਂ ਇੱਕ ਉਦਾਹਰਨ ਬਾਰੇ ਸੋਚ ਸਕਦੇ ਹੋ ਜਿਸ ਵਿੱਚ ਵਸਤੂ ਆਪਣੇ ਵੇਗ ਦੀ ਮਾਤਰਾ ਨੂੰ ਨਹੀਂ ਬਦਲਦੀ ਪਰੰਤੂ ਆਪਣੀ ਗਤੀ ਦੀ ਦਿਸ਼ਾ ਨੂੰ ਲਗਾਤਾਰ ਬਦਲਦੀ ਹੈ? ਆਓ ਬੱਚੋ, ਅਸੀਂ ਯੂਨੀਫਾਰਮ ਸਰਕੂਲਰ ਮੋਸ਼ਨ ਦੀ ਐਗਜ਼ਾਮਪਲ ਦੇਖੀਏ। ਦੇਖੋ ਬੱਚੋ, ਇੱਕ ਪਾਸੇ ਚਿੱਤਰ ਦਿੱਤਾ ਹੋਇਆ ਹੈ, ਇੱਕ ਪਾਸੇ ਵੀਡੀਓ ਹੈ। ਚਿੱਤਰ ਵਿੱਚ ਦਿਖਾਇਆ ਗਿਆ ਹੈ ਇੱਕ ਚੱਕਰ ਦੇ ਦੁਆਲੇ ਇੱਕ ਸਾਨੂੰ ਤੀਰ ਦਿੱਤੇ ਹੋਏ ਨੇ ਲਾਲ ਰੰਗ ਦੇ, ਰੈੱਡ ਕਲਰ ਐਂਡ ਗ੍ਰੀਨ ਕਲਰ ਵੀ। ਤੁਸੀਂ ਦੇਖ ਸਕਦੇ ਹੋ ਰੈੱਡ ਕਲਰ ਕੀ ਵੈਲੋਸਿਟੀ ਦਿਖਾ ਰਹੇ ਨੇ, ਐਕਸਲੇਸ਼ਨ ਸਾਡੀ ਅੰਦਰ ਨੂੰ ਜਾ ਰਹੀ ਹੈ। ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਰ ਕੀ ਹੈ, ਰੇਡੀਅਸ ਹੈ ਕਿਸੇ ਚੱਕਰ ਦਾ, ਅਤੇ ਉਸ ਨਾਲ ਤੁਸੀਂ ਵੀ ਦੀ ਡਾਇਰੈਕਸ਼ਨ ਦੇਖ ਰਹੇ ਹੋ ਜੋ ਕਿ ਸਮੇਂ-ਸਮੇਂ 'ਤੇ ਚੇਂਜ ਹੁੰਦੀ ਜਾ ਰਹੀ ਹੈ। ਇਹੀ ਅਸੀਂ ਪਿੱਛੇ ਪੜ੍ਹਿਆ ਸੀ। ਵੇਗ ਵਿੱਚ ਇਹ ਪਰਿਵਰਤਨ ਵੇਗ ਦੀ ਮਾਤਰਾ, ਗਤੀ ਦੀ ਦਿਸ਼ਾ ਦੋਨਾਂ ਵਿੱਚ ਤਬਦੀਲੀ ਦੇ ਕਾਰਨ ਹੋ ਸਕਦਾ ਹੈ। ਦੂਸਰੀ ਲਾਈਨ ਦੇਖੋ, ਯੂਨੀਫਾਰਮ ਸਰਕੂਲਰ ਮੋਸ਼ਨ ਇਜ਼ ਐਕਸਲਰੇਟਡ ਮੋਸ਼ਨ ਬਿਕਾਜ਼ ਇਨ ਅ ਯੂਨੀਫਾਰਮ ਮੋਸ਼ਨ ਅ ਬੋਡੀ ਕੰਟੀਨਿਊਸ ਚੇਂਜ ਇਟਸ ਡਾਇਰੈਕਸ਼ਨ। ਬੋਡੀ ਕੰਟੀਨਿਊਸਲੀ ਲਗਾਤਾਰ ਆਪਣੀ ਡਾਇਰੈਕਸ਼ਨ ਨੂੰ ਚੇਂਜ ਕਰਦੀ ਰਹਿੰਦੀ ਹੈ। ਪਿਆਰੇ ਬੱਚਿਓ, ਇਹ ਸਾਡਾ ਸੀ ਮੋਸ਼ਨ ਚੈਪਟਰ। ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਬੱਚਿਓ, ਤੁਸੀਂ ਇਸ ਨੂੰ ਧਿਆਨ ਨਾਲ ਸਮਝ ਲੈਣਾ ਹੈ। ਧੰਨਵਾਦ। ਥੈਂਕ ਯੂ।